ਸੋ ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ। ਸੋ ਸਵਾਗਤ ਕਰਦਾ ਜੀ ਇੱਕ ਵਾਰ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲਦੀ ਰਹੇ। ਸੋ ਮਾਸਟਰ ਕੇਡਰ ਐਨਟੀਟੀ ਤੇ ਪਟਵਾਰੀ ਦੇ ਐਗਜ਼ਾਮ ਦੇ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਕੋਰਸ ਦੇ ਅਕੋਰਡਿੰਗ ਦੇਖ ਸਕਦੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ਵਿਨ, ਵੇਅਰ ਐਂਡ ਹਾਊ। ਸੋ ਜੋ ਕਿ ਹਿਸਟਰੀ ਦਾ ਸਾਡਾ ਫਸਟ ਟੌਪਿਕ ਹੈ ਜਿਹੜਾ ਕਿ ਪੀਐਸ ਟੈਟ ਦੇ ਲਈ ਹੈ। ਸੋ ਇਸ ਤੋਂ ਪਹਿਲਾਂ 300 ਕੁਐਸਚਨ ਜਿਹੜਾ ਹੈ ਉਹ ਆਪਾਂ ਅਲੱਗ ਤੋਂ ਡਿਸਕਸ ਕਰ ਚੁੱਕੇ ਹਾਂ, ਜਿਹੜਾ ਕਿ ਸਾਰੀ ਹਿਸਟਰੀ ਦੇ ਉੱਪਰ ਜਿਹੜਾ ਹੈ ਨਜ਼ਰ ਮਾਰਦਾ ਹੈ। ਠੀਕ ਹੈ, ਬਟ ਹੁਣ ਆਪਾਂ ਜਿਹੜਾ ਹੈ ਸਿਲੇਬਸ ਦੇ ਅਕੋਰਡਿੰਗ ਜਿਹੜੇ ਕੁਐਸਚਨ ਬਣਦੇ ਨੇ ਉਹਨਾਂ ਨੂੰ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਸਾਰੇ ਮਿਕਸ ਅਪ ਜਿਹੜੇ ਹੈ ਮੇਨ ਕੁਐਸਚਨ ਆਪਾਂ ਉਹ ਡਿਸਕਸ ਕਰ ਲਏ ਸੀਗੇ, ਜੋ ਮੋਸਟਲੀ ਕਿ ਕੁਐਸਚਨ ਜਿਹੜੇ ਆਉਂਦੇ ਰਹਿੰਦੇ ਹੈਗੇ ਨੇ ਪੇਪਰਾਂ ਦੇ ਵਿੱਚ। ਠੀਕ ਹੈ ਜੀ, ਸੋ ਅੱਜ ਦਾ ਆਪਣਾ ਫਸਟ ਟੌਪਿਕ ਹੈ ਔਰ ਇਸ ਤੋਂ ਅਗਲੀਆਂ ਜਿਹੜੀਆਂ ਕਲਾਸਿਸ ਹੋਣੀਆਂ ਉਹ ਸਾਰੀਆਂ ਟੌਪਿਕਸ ਦੇ ਅਕੋਰਡਿੰਗ ਹੋਣੀਆਂ। ਉਹਨਾਂ ਦੇ ਵਿੱਚੋਂ ਜਿੰਨੇ ਕੁਐਸਚਨ ਬਣਨਗੇ ਉਹ ਆਪਾਂ ਟੌਪਿਕ ਵਾਈਜ਼ ਤੁਹਾਨੂੰ ਜਿਹੜੇ ਪ੍ਰੋਵਾਈਡ ਕਰਦੇ ਰਹਾਂਗੇ। ਓਕੇ ਜੀ, ਹਿਸਟਰੀ ਦਾ ਰਹੂਗਾ ਔਰ 50 MCQ ਰਹਿਣਗੇ ਕਿਉਂਕਿ 3-4 ਕਲਾਸਾਂ ਹੁੰਦੀਆਂ ਤੇ ਸਾਰਿਆਂ ਨੂੰ ਜਿਹੜਾ ਮੈਨੇਜ ਕਰਨਾ ਪੈਂਦਾ ਹੈ, ਤਾਂ ਇਸ ਕਰਕੇ ਜਿਹੜਾ ਸਕਦੇ ਹੋ। ਅਤੇ ਜੇਕਰ ਤੁਸੀਂ 24 ਤਰੀਕ ਤੱਕ ਜੇਕਰ ਪੇਪਰ ਹੋ ਜਾਂਦਾ ਹੈ, 24 ਨੂੰ ਤਾਂ ਉਸ ਦਿਨ ਤੱਕ ਜੇਕਰ ਤੁਸੀਂ ਰੀਡ ਕਰਦੇ ਹੈਗੇ ਹੋ ਤਾਂ ਬਹੁਤ ਸਾਰੇ ਕੁਐਸਚਨ ਤੁਸੀਂ ਰੀਡ ਕਰ ਲਵੋਗੇ, ਜੋ ਕਿ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਰਹੂਗਾ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਜਿੰਨੀਆਂ ਵੀ ਕਲਾਸਾਂ ਲੱਗਦੀਆਂ ਨੇ ਉਹਨਾਂ ਸਾਰਿਆਂ ਦੀ PDF ਤੁਹਾਨੂੰ ਇੱਥੇ ਮਿਲ ਜਾਊਗੀ। ਸੋ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਤਾਂ ਸ਼ੁਰੂ ਕਰਦੇ ਹਾਂ ਸੈਸ਼ਨ ਅੱਜ ਦਾ। ਧਿਆਨ ਰੱਖਿਓ ਕਿ ਕੁਐਸਚਨ ਜਿਹੜੇ ਸਾਰੇ ਪਹਿਲੇ ਟੌਪਿਕ ਦੇ ਨਾਲ ਰਿਲੇਟਡ ਨੇ, ਕੀ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਪਹਿਲੇ ਟੌਪਿਕ ਦੇ ਅਕੋਰਡਿੰਗ, ਉਹ ਸਾਰੇ ਕੁਐਸਚਨ ਇਸ ਦੇ ਵਿੱਚ ਇਨਕਲੂਡ ਕੀਤੇ ਹੈਗੇ ਨੇਗੇ। ਓਕੇ, ਤਾਂ ਫਸਟ ਕੁਐਸਚਨ ਅੱਜ ਦਾ ਜੀ, ਜੋ ਕਿ 301 ਨੰਬਰ ਬਣਦਾ ਹੈ ਕਿਉਂਕਿ ਇਸ ਤੋਂ ਪਹਿਲਾਂ ਆਪਾਂ 6 ਪਾਰਟ ਕੀਤੇ ਹੋਏ ਨੇ, ਉਹ ਵੀ ਵਿੱਚ ਅਟੈਚ ਕੀਤੇ ਨੇ ਤਾਂ ਕਿ ਟੋਟਲ ਕੁਐਸਚਨ ਵੀ ਤੁਹਾਡੇ ਜਿਹੜੇ ਆ ਅਕਾਊਂਟ ਹੁੰਦੇ ਰਹਿਣ ਤੇ ਜਿਹੜੀ ਵੀਡੀਓ ਦੇਖੋ ਤੁਹਾਨੂੰ ਪਤਾ ਲੱਗਦਾ ਰਹੇ ਕਿ ਤੁਸੀਂ ਕਿੰਨਵੀਂ ਕਲਾਸ ਤੇ ਪਹੁੰਚ ਚੁੱਕੇ ਹੋ। ਓਕੇ, ਕਿਸ ਪੁਰਾਣੀਆਂ ਸਭਿਅਤਾਵਾਂ ਨੇ ਜਾਂ ਕੁਛ ਵੀ ਹੈ ਉਹਦੇ ਬਾਰੇ ਜਾਣਕਾਰੀ ਮਿਲਦੀ ਹੈ, ਤਾਂ ਉਸ ਲਈ ਅਸੀਂ ਕਿਸ ਚੀਜ਼ ਦਾ ਇਹ ਇੱਕ ਅਜਿਹਾ ਸਬਜੈਕਟ ਹੈ ਜਿਹਦੇ ਵਿੱਚ ਅਸੀਂ ਪੁਰਾਣੀਆਂ ਘਟਨਾਵਾਂ ਕਿ ਪੁਰਾਣੇ ਇਹੋ ਜਿਹੀਆਂ ਉਹਨਾਂ ਦੀਆਂ ਨੀਤੀਆਂ ਪਹਿਨਦੇ ਸੀ, ਕੀ ਪਹਿਨਦੇ ਸੀਗੇ, ਕਿਹੋ ਜਿਹਾ ਕਲਚਰ ਸੀ, ਸਭ ਕੁਛ ਜਿਹੜਾ ਹੈ ਉਹ ਇਤਿਹਾਸ ਦੇ ਵਿੱਚ ਪੜ੍ਹਿਆ ਜਾਂਦਾ ਹੈ। ਠੀਕ ਹੈ, ਅਤੇ ਇਤਿਹਾਸ ਦਾ ਮਤਲਬ ਹੁੰਦਾ ਹੈ ਭੂਤਕਾਲ। ਭੂਤਕਾਲ ਮੀਨਸ ਕਿ ਪੁਰਾਣਾ ਸਮਾਂ ਜੋ ਕਿ ਬਹੁਤ ਸਮੇਂ ਪਹਿਲਾਂ ਹੋ ਚੁੱਕਿਆ ਹੈ। ਹੋ ਸਕਦਾ ਹੈ 1000 ਸਾਲ ਹੋ ਚੁੱਕਿਆ ਹੋਵੇ, ਹੋ ਸਕਦਾ ਹੈ 2000 ਸਾਲ ਹੋ ਚੁੱਕਿਆ ਹੋਵੇ, ਹੋ ਸਕਦਾ ਹੈ 5000 ਸਾਲ ਹੋ ਚੁੱਕਿਆ ਹੋਵੇ, ਜਿਵੇਂ ਅਸੀਂ ਇੰਡਸ ਸਿਵਲਾਈਜੇਸ਼ਨ ਪੜ੍ਹੀ ਸੀਗੀ। ਠੀਕ ਹੈ, ਥਿਊਰੀ ਦੇ ਵਿੱਚ ਉਸੇ ਚੀਜ਼ ਨੂੰ ਲੈ ਕੇ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਨੇ ਉਹਦੇ ਅਧਿਐਨ ਨੂੰ ਕਿਹਾ ਜਾਂਦਾ ਹੈ ਇਤਿਹਾਸ। ਇਤਿਹਾਸ ਨੂੰ ਸਮਝਦੇ ਹਾਂ ਅਸੀਂ ਜਦੋਂ ਕਿਸੇ ਪੁਰਾਣੀਆਂ ਘਟਨਾਵਾਂ ਨੂੰ ਜਾਣਦੇ ਹਾਂ। ਓਕੇ, ਨੈਕਸਟ ਹੈ ਇਤਿਹਾਸ ਤੋਂ ਸਾਨੂੰ ਜਾਣਕਾਰੀ ਮਿਲਦੀ ਹੈ ਜੀ। ਵੈਸੇ ਕੁਝ ਕੁਐਸਚਨ ਬੜੇ ਸੌਖੇ ਜਿਹੇ ਵੀ ਨੇ, ਬਟ ਕਈ ਵਾਰ ਇਹੋ ਜਿਹੇ ਕੁਐਸਚਨ ਜੋ ਪੇਪਰ 'ਚ ਆਉਂਦੇ ਸਾਨੂੰ ਪਤਾ ਨਹੀਂ ਲੱਗਦਾ, ਝੱਕੀ ਜਾਂਦੇ ਰਹਿੰਦੇ ਕਿ ਸਾਨੂੰ ਇਹਦਾ ਕੀ ਆਨਸਰ ਲਾਉਣਾ ਚਾਹੀਦਾ, ਸਾਨੂੰ ਪਤਾ ਹੁੰਦੇ ਵੀ ਅਸੀਂ ਗਲਤ ਲਾ ਦਿੰਦੇ ਹੁੰਦੇ। ਠੀਕ ਹੈ, ਇਸ ਕਰਕੇ ਉਹ ਚੀਜ਼ ਵੀ ਐਡ ਕੀਤੀ ਹੈ। ਸਭ ਕੁਛ ਜਿਹੜਾ ਹੈ ਉਹ ਅਸੀਂ ਇਤਿਹਾਸ ਦੇ ਵਿੱਚੋਂ ਜਿਹੜਾ ਹਾਸਲ ਕਰਦੇ ਹਾਂ, ਇਤਿਹਾਸ ਤੋਂ ਸਾਨੂੰ ਉਸ ਦੀ ਜਾਣਕਾਰੀ ਹੈਗੀ ਆ। ਨੈਕਸਟ, ਇਤਿਹਾਸ ਦਾ ਪਿਤਾਮਾ ਕੌਣ ਹੈ? ਇਹ ਕੁਐਸਚਨ ਵੈਰੀ ਇੰਪੋਰਟੈਂਟ ਹੈ। ਜੀਓਗ੍ਰਾਫੀ ਦੇ ਵਿੱਚ ਵੀ, ਪੋਲੀਟੀਕਲ ਦੇ ਵਿੱਚ ਵੀ ਅਤੇ ਇਤਿਹਾਸ ਦੇ ਵਿੱਚ ਵੀ ਤਿੰਨਾਂ ਦੇ ਪਿਤਾਮਾ ਜ਼ਰੂਰ ਯਾਦ ਕਰ ਲੈਣੇ ਹੈਗੇ ਨੇ। ਠੀਕ ਹੈ, ਤੁਹਾਨੂੰ ਸਿਲੇਬਸ ਦੇ ਅਕੋਰਡਿੰਗ ਮੈਂ ਦੱਸਦਾ ਜਾਊਂਗਾ, ਫਿਰ ਵੀ ਤੁਸੀਂ ਇਸ ਚੀਜ਼ ਨੂੰ ਧਿਆਨ 'ਚ ਰੱਖਣਾ ਹੈ ਕਿ ਤਿੰਨਾਂ ਦੇ ਤੁਹਾਨੂੰ ਪਿਤਾ ਜਿਹੜੇ ਉਹ ਪਤਾ ਹੋਣੇ ਚਾਹੀਦੇ ਹੈਗੇ ਨੇ। ਇਤਿਹਾਸ ਦਾ ਕੀਤਾ ਹੈ ਹੈਰੋਡੋਟਸ ਹੈ। ਸੋ ਇਸ ਨੂੰ ਪਿਤਾਮਾ ਕਿਹਾ ਜਾਂਦਾ ਹੈ ਕਿਉਂਕਿ ਇਸੇ ਨੇ ਹੀ ਇਸ ਨੂੰ ਜਿਹੜੀ ਸ਼ੁਰੂਆਤ ਹੈ ਉਹ ਕੀਤੀ ਹੈਗੀ। ਨੈਕਸਟ ਹੈ ਜੀ, ਇਤਿਹਾਸ ਸ਼ਬਦ ਯੂਨਾਨੀ ਦੇ ਕਿਸ ਸ਼ਬਦ ਤੋਂ ਲਿਆ ਗਿਆ ਹੈਗਾ ਗਾ? ਇਤਿਹਾਸ ਸ਼ਬਦ
ठीक है। और ਇਹ ਯੂਨਾਨੀ ਦੇ ਕਿਸ ਸ਼ਬਦ ਤੋਂ ਲਿਆ ਗਿਆ ਸ਼ਬਦ ਹੈ, ਇਹ ਕੁਐਸਚਨ ਪੁੱਛਿਆ ਗਿਆ ਹੈ। ਤਾਂ ਹਿਸਟੋਰੀਆ ਤੋਂ ਪੁੱਛਿਆ ਗਿਆ ਹੈਗਾ ਗਾ, ਠੀਕ ਹੈ। ਮੀਨਜ਼ ਹਿਸਟੋਰੀਆ ਜਿਹੜਾ ਸ਼ਬਦ ਹੈ ਇਹ ਯੂਨਾਨੀ ਦਾ ਸ਼ਬਦ ਹੈ ਅਤੇ ਇਸ ਤੋਂ ਬਣਿਆ ਸਾਡਾ ਇਤਿਹਾਸ। ਅਤੇ ਜੇਕਰ ਅਸੀਂ ਗੱਲ ਕਰੀਏ ਯੂਨਾਨੀ ਭਾਸ਼ਾ ਦੇ ਹਿਸਟੋਰੀਆ ਦੇ ਸ਼ਬਦ ਦੇ ਅਰਥ ਦੀ, ਤਾਂ ਇਹਦਾ ਮਤਲਬ ਹੁੰਦਾ ਹੈ ਭੂਤਕਾਲ। ਪਿਛਲੇ ਸਮੇਂ ਦੇ ਵਿੱਚ ਜੋ ਕੁਛ ਹੁੰਦਾ ਹੈ ਉਸ ਨੂੰ ਅਸੀਂ ਭੂਤਕਾਲ ਕਹਿੰਦੇ ਹਾਂ, ਜੋ ਕਿ ਕੱਲ੍ਹ ਲਾਸਟ ਵਾਲੇ ਦਿਨ ਦੇ ਵਿੱਚ ਹੋਊਗਾ, ਠੀਕ ਹੈ, ਪ੍ਰੀਵੀਅਸ ਡੇ ਦੇ ਵਿੱਚ ਜਿਹੜਾ ਹੁੰਦਾ ਹੈ। ਨੈਕਸਟ ਹੈ ਸਾਡੇ ਕਾਲ ਦਾ ਸਾਡੇ ਕੋਲ ਲਿਖਤੀ ਇਤਿਹਾਸ ਨਹੀਂ ਮਿਲਦਾ, ਉਸ ਨੂੰ ਕੀ ਕਹਿੰਦੇ ਹੈਗੇ ਆਂਗੇ, ਜਿਸ ਕਾਲ ਦਾ ਸਾਡੇ ਕੋਲ ਲਿਖਤੀ ਇਤਿਹਾਸ ਨਹੀਂ ਮਿਲਦਾ ਉਸ ਨੂੰ ਅਸੀਂ ਕੀ ਕਹਿੰਦੇ ਆ, ਕਿਉਂਕਿ ਇਤਿਹਾਸ ਦੇ ਵੀ ਦੋ ਪਾਰਟ ਹੁੰਦੇ ਨੇਗੇ, ਠੀਕ ਹੈ। ਇੱਕ ਲਿਖਤੀ ਰੂਪ ਦੇ ਵਿੱਚ ਮਿਲਦਾ ਹੈ, ਇੱਕ ਆਲੇਖ ਦੇ ਵਿੱਚ, ਅਤੇ ਇਹਨਾਂ ਦੋਨਾਂ ਦੇ ਨਾਮ ਵੀ ਵੱਖਰੇ ਵੱਖਰੇ ਹੁੰਦੇ ਨੇ। ਤਾਂ ਜਿਸ ਕਾਲ ਦਾ ਸਾਨੂੰ ਕੋਈ ਲਿਖਤੀ ਇਤਿਹਾਸ ਨਹੀਂ ਮਿਲਦਾ, ਕੋਈ ਵੀ ਲਿਖਤੀ ਵੇਰਵਾ ਨਹੀਂ ਮਿਲਦਾ, ਉਸ ਨੂੰ ਅਸੀਂ ਕੀ ਕਹਿੰਦੇ ਹੈਗੇ ਆ ਜੀ, ਪੂਰਵ ਇਤਿਹਾਸ ਕਾਲ, ਪੂਰਵ ਪ੍ਰੀ ਹਿਸਟੋਰੀਕਲ ਜਿਹੜਾ ਹੁੰਦਾ ਹੈ, ਠੀਕ ਹੈ, ਪ੍ਰੀ ਹਿਸਟਰੀ ਕਹਿ ਸਕਦੇ ਹੋ। ਇਹ ਉਹ ਕਾਲ ਹੁੰਦਾ ਹੈ ਜਿਹਦੀ ਸਾਡੇ ਕੋਲੇ ਕਿਸੇ ਤਰ੍ਹਾਂ ਦੀ ਕੋਈ ਵੀ ਲਿਖਤੀ ਜਾਣਕਾਰੀ ਪ੍ਰੋਵਾਈਡ ਨਹੀਂ ਹੁੰਦੀ। ਅਸੀਂ ਇਤਿਹਾਸਕ ਇਮਾਰਤਾਂ, ਇਤਿਹਾਸਕ ਤਸਵੀਰਾਂ ਜਾਂ ਇਤਿਹਾਸਕ ਜਿਹੜੇ ਬੁੱਤ ਹੋਏਗੇ ਨੇ ਉਹਨਾਂ ਤੋਂ ਅਸੀਂ ਉਹਦੀ ਸਟੱਡੀ ਕਰ ਸਕਦੇ ਹੁੰਦੇ ਹਾਂ। ਨੈਕਸਟ ਕੁਐਸਚਨ ਹੈ 6 ਨੰਬਰ, ਜਿਸ ਕਾਲ ਦਾ ਸਾਡੇ ਕੋਲੇ ਲਿਖਤੀ ਇਤਿਹਾਸ ਮਿਲਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ। ਦੋਨੋਂ ਕੁਐਸਚਨ ਐਡ ਕੀਤੇ ਗਏ ਨੇ। ਤਾਂ ਜਿਹਦੇ ਸਾਡੇ ਕੋਲੇ ਲਿਖਤੀ, ਜਿਸ ਦਾ ਸਾਡੇ ਕੋਲੇ ਲਿਖਤੀ ਰਿਕਾਰਡ ਲਿਖਤੀ ਅਤੇ ਇੱਕ ਆਲਿਖਤ, ਇਹਨਾਂ ਨੂੰ ਵੱਖਰੇ ਵੱਖਰੇ ਗੱਲ ਕਰਦੇ ਹਾਂ ਭਾਗਾਂ ਦੇ ਵਿੱਚ ਵੰਡੀ ਗਈ ਹੈ। ਕਿਹਾ ਜਾਂਦਾ ਕੀ ਘਟਨਾ ਵਾਪਰੀਆਂ ਨੇ ਭਾਰਤ ਦੇ ਲੋਕਾਂ ਦੀ ਗੱਲ ਕੀਤੀ ਗਈ ਹੈ। ਤਾਂ ਭਾਰਤ ਦੇ ਵਿੱਚ ਲੋਕ ਸੀਗੇ ਜਿਹੜੇ ਉਹ ਰਹਿੰਦੇ ਸੀਗੇ ਜੀ ਨਰਮਦਾ ਨਦੀ ਦੇ ਆਸ-ਪਾਸ ਰਹਿੰਦੇ ਸੀਗੇ, ਵੱਖ ਹੈਗੀ, ਠੀਕ ਹੈ। ਬਟ ਇੱਥੇ ਪੁੱਛਿਆ ਹੈ
क्योंकि लास्ट टाइम भी यही क्वेश्चन सीगा। तब दुकड़ ਕਿਉਂਕਿ ਬਹੁਤ ਸਾਰੇ ਕੁਐਸਚਨ ਹੁੰਦੇ ਨੇ, ਕਈ ਵਾਰ ਤੁਸੀਂ ਸਕਿਪ ਕਰ ਦਿੰਦੇ ਹੋ, ਬਾਅਦ ਦੇ ਵਿੱਚ ਤੁਹਾਨੂੰ ਪੇਪਰ ਦੇ ਵਿੱਚ ਉਹ ਆ ਜਾਂਦਾ, ਫਿਰ ਝਾਕ ਦਿਓ ਇੱਧਰ ਉੱਧਰ ਜੀ। ਠੀਕ ਹੈ, ਤਾਂ ਏਡੀ ਦਾ ਕੀ ਅਰਥ ਹੁੰਦਾ ਹੈ? ਸੋ ਏਡੀ ਦਾ ਅਰਥ ਹੁੰਦਾ ਜੀ ਐਨੀਓ ਡੋਮਨੀ। ਐਨੀਓ ਡੋਮਨੀ ਇਹਦਾ ਮਤਲਬ ਕੀ ਹੈ ਕਿ ਈਸਾ ਮਸੀਹ ਦੇ ਜਨਮ ਦੇ ਸਾਲ ਤੋਂ। ਏਡੀ ਦਾ ਮਤਲਬ ਹੈ ਐਨਿਓਮੋ, ਜਿਹੜਾ ਕਹਿ ਸਕਦੇ ਹਾਂ ਐਨੋ ਡੋਮਿਨੀ, ਇਹਦਾ ਮਤਲਬ ਹੈ ਈਸਾ ਮਸੀਹ ਦੇ ਜਨਮ ਦੇ ਸਾਲ ਤੋਂ। ਇਹ ਘਟਨਾ ਕਿਹੜੀ ਸੀਗੀ? BC ਵਾਲੀ, ਜਦੋਂ ਈਸਾ ਮਸੀਹ ਦਾ ਜਨਮ ਨਹੀਂ ਹੋਇਆ ਸੀ। ਏਡੀ ਦਾ ਮਤਲਬ ਹੈ ਕਿ ਜਦੋਂ ਈਸਾ ਮਸੀਹ ਦਾ ਜਨਮ ਹੋ ਗਿਆ ਸੀ, ਅਤੇ ਉਸ ਤੋਂ ਬਾਅਦ ਜਿਹੜਾ ਸਮਾਂ ਸ਼ੁਰੂ ਹੁੰਦਾ ਹੈ, ਜਿਹਦੇ ਨਾਲ ਅਸੀਂ ਈਸਵੀ ਲਗਾ ਦਿੰਦੇ ਹੈਗੇ ਆਂਗੇ। ਠੀਕ ਹੈ, ਜਾਣੀ ਕਿ ਉਹ ਤੋਂ ਬਾਅਦ ਜਿਹੜਾ ਸਮਾਂ ਹੁੰਦਾ ਹੈਗਾ ਗਾ, ਜਨਮ ਤੋਂ ਬਾਅਦ ਦਾ ਸਮਾਂ। ਤਾਂ ਏਡੀ ਦਾ ਮਤਲਬ ਹੈ ਓਨਿਓ ਡੈਮਨੀ, ਮੀਨਸ ਕਿ ਈਸਾ ਦਾ ਜਨਮ ਹੋ ਚੁੱਕਿਆ ਹੈ, ਹੁਣ ਨਵੇਂ ਸਿਰੇ ਤੋਂ ਜਿਹੜੀ ਹੈ ਗਿਣਤੀ ਸ਼ੁਰੂ ਹੁੰਦੀ ਹੈਗੀ ਆ। ਇਹ ਵੀ ਚੀਜ਼ ਧਿਆਨ ਰੱਖਣੀ ਹੈ ਕਿ ਈਸਵੀ ਪੂਰਵ ਦੇ ਵਿੱਚ ਜਿਹੜਾ ਸਮਾਂ ਹੁੰਦਾ ਹੈ ਉਹ ਉਲਟ ਚੱਲਦਾ ਹੈ। ਜਿਵੇਂ ਕਿ ਅਸੀਂ 320 ਲੱਗੇ, ਠੀਕ ਹੈ, ਤਾਂ 321 ਨਹੀਂ ਆਊਗਾ ਇੱਥੇ, 319 ਆਊਗਾ, ਬੈਕਵਰਡ ਚੱਲੂਗਾ ਇਹ। ਠੀਕ ਹੈ, ਬੈਕ ਚੱਲੂਗਾ ਇੱਥੋਂ ਈਸਵੀ ਪੂਰਵ ਦੇ ਵਿੱਚ। ਅਤੇ ਏਡੀ ਦੇ ਵਿੱਚ ਕੀ ਚੱਲੂਗਾ? 1 2 3, ਠੀਕ ਹੈ, ਇਸ ਤਰੀਕੇ ਨਾਲ ਸਾਲ ਵਧਣਗੇ, ਬਟ ਇਹਦੇ ਵਿੱਚ ਮਾਈਨਸ ਹੁੰਦਾ ਜਾਊਗਾ। ਠੀਕ ਹੈ, ਜਿਵੇਂ ਕਿ 1 ਨਹੀਂ ਆਊਗਾ ਇੱਧਰ, ਠੀਕ ਹੈ, ਜਿਵੇਂ 10 ਤੋਂ ਫਿਰ 9 ਫਿਰ 8, ਫਿਰ ਇਸ ਤਰੀਕੇ ਦੇ ਨਾਲ ਜਾਂਦਾ ਹੈ ਈਸਵੀ ਪੂਰਵ ਦੇ ਵਿੱਚ। ਨੈਕਸਟ ਹੈ, ਇਹ ਕਾਫੀ ਇੰਪੋਰਟੈਂਟ ਨੇ ਸਾਰੀਆਂ ਚੀਜ਼ਾਂ, ਮੈਂ ਤੁਹਾਨੂੰ ਐਡ ਕਰ ਰਿਹਾ ਬਹੁਤ ਸਾਰੇ ਪੁਆਇੰਟ ਇਹਦੇ ਵਿੱਚ। ਠੀਕ ਹੈ, BC ਵਾਲੇ ਇਹ ਜ਼ਰੂਰ ਧਿਆਨ ਨਾਲ ਜਿਹੜਾ ਨੋਟ ਕਰ ਲੈਣੇ ਹੈਗੇ ਨੇ। BC ਦਾ ਮਤਲਬ ਬਿਫੋਰਕੇਸ਼ਨ, ਈਸਵੀ ਪੂਰਵ ਆ ਗਿਆ ਹੈ। ਏਡੀ ਮਤਲਬ ਕੱਲਾ ਈਸਵੀ, ਕਿ ਈਸਾ ਮਸੀਹ ਦਾ ਜਨਮ ਹੋ ਚੁੱਕਿਆ ਹੈ, ਉਸ ਤੋਂ ਬਾਅਦ ਦਾ ਸਮਾਂ। ਠੀਕ ਹੈ, ਤਾਂ ਇੱਥੇ ਗੱਲ ਕੀਤੀ ਜਾਂਦੀ ਹੈ ਏਡੀ ਦੀ ਜਗ੍ਹਾ ਤੇ ਹੋਰ ਕਿਹੜਾ ਸ਼ਬਦ ਵਰਤਿਆ ਜਾਂਦਾ ਹੈਗਾ ਗਾ, ਇਹ ਵੀ ਯਾਦ ਰੱਖ ਲੈਣਾ ਹੈ। ਠੀਕ ਹੈ, ਵਰਤਮਾਨ ਸਮੇਂ ਦੇ ਵਿੱਚ ਥੋੜ੍ਹਾ ਜਿਹਾ ਪਰਿਵਰਤਨ ਹੋਇਆ ਕਿ ਏਡੀ ਦੀ ਜਗ੍ਹਾ ਤੇ CE ਵਰਤ ਲਿਆ ਜਾਂਦਾ ਹੈਗਾ ਗਾ। ਜਿੱਥੇ ਏਡੀ ਵਰਤਿਆ ਜਾਂਦਾ ਹੈ ਉੱਥੇ CE ਵੀ ਵਰਤ ਲੈਂਦੇ ਹੈਗੇ, ਮੀਨਸ ਕਿ ਜਿਹੜਾ ਹੈ ਈਸਾ ਮਸੀਹ ਦਾ ਜਨਮ ਹੋ ਚੁੱਕਿਆ ਹੈਗਾ ਗਾ, ਤਾਂ ਉਹਦੀ ਜਗ੍ਹਾ ਤੇ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ? CE। ਅਤੇ ਇਹਦਾ ਅਰਥ ਕੀ ਹੁੰਦਾ ਹੈ? ਕਾਮਨ ਈਰਾ। ਕਾਮਨ ਈਰਾ ਜਿਹੜਾ ਹੈ ਉਹ CE ਦਾ ਅਰਥ ਹੈਗਾ ਗਾ। ਠੀਕ ਹੈ ਜੀ, ਔਰ ਇੱਕ ਹੋਰ ਸ਼ਬਦ ਵਰਤ ਲਿਆ ਜਾਂਦਾ ਹੈਗਾ ਗਾ, ਕਿਸ ਦੇ ਲਈ ਜੀ? BC ਦੇ ਲਈ। ਠੀਕ ਹੈ, BC ਦੇ ਲਈ ਵਰਤ ਲਿਆ ਜਾਂਦਾ ਹੈਗਾ ਗਾ BCE, ਬਿਫੋਰ ਕਾਮਨ ਈਰਾ, ਯਾਨੀ ਕਿ ਈਸਾ ਮਸੀਹ ਦੇ ਜਨਮ ਤੋਂ ਪਹਿਲਾਂ। ਇਹ ਚੀਜ਼ਾਂ ਬਹੁਤ ਬਹੁਤ ਇੰਪੋਰਟੈਂਟ ਨੇ, ਪਲੀਜ਼ ਧਿਆਨ ਨਾਲ ਨੋਟ ਕਰ ਲੈਣਾ ਆਪਣੀ ਕਾਪੀ ਦੇ ਉੱਪਰ। ਠੀਕ ਹੈ, ਅਗਰ ਪੇਡ ਗਰੁੱਪ 'ਚ ਐਡ ਹੋ ਤਾਂ ਤੁਹਾਨੂੰ ਉੱਥੇ PDF ਮਿਲ ਹੀ ਜਾਊਗੀ, ਬਟ ਕਾਪੀ 'ਤੇ ਵੀ ਨਾਲ ਨਾਲ ਜ਼ਰੂਰ ਪੁਆਇੰਟ ਨੋਟ ਕਰ ਲਿਆ ਕਰੋ। नेक्स्ट क्वेश्चन है, वेद का अर्थ की है? ਭਾਰ ਦੇ ਵਿੱਚ
ਕਿਹੜਾ ਹੈ? ਜਾਂਦਾ ਸੀ, ਇਸੇ ਚੀਜ਼ ਨੂੰ ਹੀ ਨਾਮ ਦਿੱਤਾ ਸੀ ਸਾਮਵੇਦ। ਨੈਕਸਟ ਹੈ ਜੀ ਬਹੁਤ ਸਾਰੇ ਮੰਤਰ। ਅਥਰਵ ਦੇ ਬਿਮਾਰੀਆਂ नेक्स्ट है ब्राह्मण। दूसरा विच विद। ਇਹ ਤਿੰਨ ਗ੍ਰੰਥ ਜਿਹੜੇ ਹੈਗੇ ਨੇਗੇ ਇਹ ਬ੍ਰਾਹਮਣ ਗ੍ਰੰਥਾਂ ਦੇ ਵਿੱਚ ਆਉਂਦੇ ਹੈ। ग्रंथ ब्राह्मण गह। नैक्सट क्वेश्चन है सब तो वड्डा ब्राह्मण ग्रंथ किहड़ा सी। हुण इत्थे भी तुहानूं इस तरह का भी क्वेश्चन पूछा जा सकता है। उस वो सब कुछ इस दे विच आऊगा। विधांग की गिनती है जी 6 टोटल विधांग। विधांग जिहड़े उच्च विधांग 6 ਸੀਗੇ। ਕਿਹੜੇ ਕਿਹੜੇ ਵਿਧਾਂਗ ਸੀਗੇ ਤੇ ਇੱਥੇ 4 ਲਿਖੇ ਹੋਏ ਨੇ। ਇੱਕ ਹੈ ਸਿੱਖਿਆ, ਦੂਸਰਾ ਸੀ ਕਲਪ, ਤੀਸਰਾ ਸੀ ਸੂਤਰ ਅਤੇ ਚੌਥਾ ਸੀ ਵਿਆਕਰਨ। आरण है आत्मा का ते जन्म मरण के विषयों का। नैक्सट है जी
प्राचीन इतिहास की। नेक्स्ट ग्रह सूत्र ते धर्म सूत्र ग्रंथ। टफ वाल्मीकि ਵਿੱਚੋਂ ਮੰਨੀ ਜਾਂਦੀ ਹੈਗੀ ਇੱਕ। ਸੋ ਇਸ ਦੀ ਰਚਨਾ ऋषि वाल्मीकि ਦੇ ਦੁਆਰਾ ਕੀਤੀ ਗਈ ਸੀ ਰਾਮਾਇਣ ਦੀ। ਨੈਕਸਟ ਕੁਐਸਚਨ ਹੈ ਨੇ ਤਾਂ ਮਹਾ ਹੈ ਉਹ ऋषि वेद व्यास ने ਕੀਤੀ ਸੀਗੀ। ਇਹਨਾਂ ਦੋਨਾਂ ਕੁਐਸਚਨਾਂ ਦੇ ਵਿੱਚ ਤੁਹਾਨੂੰ ਕਨਫਿਊਜ਼ਨ ਹੋਊਗੀ ਤੇ ਭੁੱਲ ਸਕਦੇ ਹੋ ਤੁਸੀਂ ਯਾਦ ਰੱਖਣਾ ਹੈ। ਠੀਕ ਹੈ, ਰਾਮਾਇਣ ਤੋਂ ਤੁਸੀਂ ਜਿਹੜਾ ਹੈ ਵਾਲਮੀਕ ਨਾਲ ਜੁੜਨਾ ਹੈ ਅਤੇ ਮਹਾਭਾਰਤ ਦੇ ਵਿੱਚ ऋषि वेद व्यास ਵੱਡਾ ਸ਼ਬਦ ਹੈ, ਇਸ ਕਰਕੇ ਮਹਾਭਾਰਤ ਹੋਊਗਾ। ਠੀਕ ਹੈ, ਵਾਲਮੀਕ ਛੋਟਾ ਸ਼ਬਦ ਮੰਨਿਆ ਜਾਂਦਾ ਹੈ। ਛੋਟਾ ਮੀਨਸ ਇਹ ਨਹੀਂ ਕਿ ਪਰਸਨ ਛੋਟੇ ਸੀ, ਮੀਨਸ ਕਿ ਇੱਕ ਸ਼ਬਦ ਦੇ ਵਿੱਚ ਨਿਬੜ ਜਾਂਦਾ ਹੈ ਵਾਲਮੀਕ। ਤਾਂ ਉੱਥੇ ਤੁਸੀਂ ਰਾਮਾਇਣ ਜਿਹੜਾ ਹੈ ਅਟੈਚ ਕਰ ਲੈਣਾ। ਠੀਕ ਹੈ, ਮਹਾਭਾਰਤ ਬਹੁਤ ਵੱਡੇ ਸ਼ਬਦ ਬਣ ਗਏ ਨੇ, ਇਸ ਕਰਕੇ ਇਹਦੇ ਵਿੱਚ ਦੋ ਸ਼ਬਦ ਆਉਣਗੇ, ਵੇਦ ਪਲੱਸ ਵਿਆਸ ਦੋਨਾਂ ਤੋਂ। ਠੀਕ ਹੈ ਜੀ, ਮਹਾ ਪਲੱਸ ਭਾਰਤ, ਇੱਥੇ ਵੇਦ ਪਲੱਸ ਵਿਆਸ, ਇਸ ਤਰੀਕੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ। ਨੈਕਸਟ ਹੈ ਜੀ ਪ੍ਰਾਣ ਦੀ ਗਿਣਤੀ ਕਿੰਨੀ ਸੀ। ਪ੍ਰਾਣ ਜਿਹੜੇ ਸੀਗੇ ਇਹ ਵੀ ਸਾਡੇ ਪ੍ਰਾਚੀਨ ਇਤਿਹਾਸ ਨੂੰ ਜਾਣਨ ਦੇ ਵਿੱਚ ਮਦਦ ਕਰਦੇ ਨੇ। ਇਹਨਾਂ ਦੀ ਗਿਣਤੀ ਸੀਗੀ ਜੀ 18 ਪ੍ਰਾਣ ਨੇ ਜੀ ਭਾਰਤ ਦੇ ਵਿੱਚ। ਨੈਕਸਟ ਹੈ ਮਹੱਤਵਪੂਰਨ ਪ੍ਰਾਣਾਂ ਦੇ ਨਾਮ। 18 ਸੀਗੇ ਬਟ ਮਹੱਤਵਪੂਰਨ ਕਿਹੜੇ ਕਿਹੜੇ ਨੇ। ਬ੍ਰਹਮ ਹੋ ਗਿਆ, ਵਾਯੂ ਹੋ ਗਿਆ, ਮਤਸਜ ਹੋ ਗਿਆ, ਵਿਸ਼ਨੂੰ ਹੋ ਗਿਆ, ਗਰੁੜ ਹੋ ਗਿਆ। ਇਹ ਪ੍ਰਮੁੱਖ ਪ੍ਰਾਣ ਨੇ ਜਿਹੜੇ ਸਾਨੂੰ ਪ੍ਰਾਚੀਨ ਇਤਿਹਾਸ ਦੀ ਜਾਣਕਾਰੀ ਪ੍ਰੋਵਾਈਡ ਕਰਦੇ ਨੇ। ਟੋਟਲ ਕਿੰਨੇ ਜੀ 18 ਨੇ। ਮਹੱਤਵਪੂਰਨ ਕਿਹੜੇ ਨੇ ਜੀ, ਬ੍ਰਹਮ, ਵਾਯੂ, ਮਤਸਜ ਤੇ ਵਿਸ਼ਨੂੰ ਤੇ ਗਰੁੜ। ਨੈਕਸਟ ਹੈ ਜੀ ਪ੍ਰਾਣ ਤੋਂ ਜਾਣਕਾਰੀ ਮਿਲਦੀ ਹੈ ਸਾਨੂੰ। ਸੋ ਪ੍ਰਾਣ 18 ਨੇ। ਇਹ ਪੰਜ ਜਿਹੜੇ ਪ੍ਰਮੁੱਖ ਨੇ, ਬ੍ਰਹਮ, ਵਾਯੂ, ਮਤਸਜ ਤੇ ਵਿਸ਼ਨੂੰ ਤੇ ਗਰੁੜ। ਬਟ ਇਹਨਾਂ ਤੋਂ ਜਾਣਕਾਰੀ ਸਾਨੂੰ ਕਿਸ ਤਰ੍ਹਾਂ ਦੀ ਮਿਲਦੀ ਹੈ। ਇਸ ਤੋਂ ਜਾਣਕਾਰੀ ਮਿਲਦੀ ਹੈ ਸਾਨੂੰ ਨੰਦ ਵੰਸ਼ ਦੀ, ਮੌਰੀਆ ਵੰਸ਼ ਦੀ, ਸ਼ੁੰਗ ਵੰਸ਼ ਦੀ, ਗੁਪਤ ਵੰਸ਼ ਦੀ। ਇਹਨਾਂ ਸਾਰੇ ਵੰਸ਼ ਦੀ ਜਾਣਕਾਰੀ ਸਾਨੂੰ ਮਿਲਦੀ ਹੈ ਪੁਰਾਣਾਂ ਦੇ ਵਿੱਚੋਂ, ਜੋ ਕਿ ਪ੍ਰਾਚੀਨ ਧਾਰਮਿਕ ਗ੍ਰੰਥ ਨੇ। ਨੈਕਸਟ ਹੈ ਜੀ 41 ਨੰਬਰ ਬੋਧੀ ਗ੍ਰੰਥ ਦਾ ਨਾਮ ਦੱਸੋ। ਸੋ ਪ੍ਰਾਚੀਨ ਬੋਧੀ ਗ੍ਰੰਥ ਕਿਹੜੇ ਹੈ ਇਹਨਾਂ ਚੋਂ, ਤੇ ਇਹਨਾਂ ਦੇ ਵਿੱਚੋਂ ਤ੍ਰਿਪਿਟਕ ਜਿਹੜਾ ਹੈ ਉਹ ਇੱਕ ਬੋਧੀ ਗ੍ਰੰਥ ਹੈ, ਅਤੇ ਤ੍ਰਿਪਿਟਕ ਦਾ ਅਰਥ ਹੈ ਤਿੰਨ ਗ੍ਰੰਥ, ਇਸੇ ਕਰਕੇ ਇਸ ਨੂੰ ਤ੍ਰਿਪਿਟਕ ਕਿਹਾ ਜਾਂਦਾ ਹੈਗਾ ਗਾ। ਓਕੇ, ਔਰ ਤ੍ਰਿਪਿਟਕ ਦੇ ਅਧੀਨ ਤਿੰਨ ਗ੍ਰੰਥ ਆਉਂਦੇ ਹੈਗੇ ਨੇ। ਤਿੰਨ ਗ੍ਰੰਥ ਕਿਹੜੇ ਕਿਹੜੇ ਨੇ, ਵਿਨੈ ਪਿਟਕ, ਸੁੱਤ ਪਿਟਕ ਤੇ ਅਭਿਧਮ ਪਿਟਕ। ਇਹ ਤਿੰਨ ਗ੍ਰੰਥ ਜਿਹੜੇ ਆ ਬੋਧੀ ਗ੍ਰੰਥ ਨੇ, ਅਤੇ ਇਹ ਤਿੰਨੋਂ ਗ੍ਰੰਥ ਜਿਹੜੇ ਨੇ ਉਹ ਕਿਸ ਦੇ ਵਿੱਚ ਨੇ, ਤ੍ਰਿਪਿਟਕ ਦੇ ਵਿੱਚ। ਕਈ ਵਾਰ ਕੁਐਸਚਨ ਤੁਹਾਨੂੰ ਇਹ ਵੀ ਆ ਸਕਦਾ ਹੈ ਕਿ ਹੇਠ ਲਿਖਿਆਂ ਦੇ ਵਿੱਚੋਂ ਕਿਹੜਾ ਤ੍ਰਿਪਿਟਕ ਦੇ ਵਿੱਚ, ਇਸ ਕਰਕੇ ਤਿੰਨੋਂ ਹੀ ਮੈਂਸ਼ਨ ਕਰ ਦਿੱਤੇ ਨੇ। ਨੈਕਸਟ ਹੈ ਤ੍ਰਿਪਿਟਕ ਗ੍ਰੰਥ ਦੀ ਭਾਸ਼ਾ ਕਿਹੜੀ ਹੈ। ਤਾਂ ਤ੍ਰਿਪਿਟਕ ਪਾਲੀ ਲਿਖੇ ਗਏ ਨੇ ਬੋਧੀ ਗ੍ਰੰਥ। ਨੈਕਸਟ ਹੈ ਬੁੱਧ ਦੀਆਂ ਜਨਮ ਤੋਂ ਪਹਿਲਾਂ ਦੀਆਂ ਕਥਾਵਾਂ ਦਾ ਵਰਣਨ ਕਿਸ ਗ੍ਰੰਥ ਦੇ ਵਿੱਚ ਮਿਲਦਾ ਹੈ। ਬੁੱਧ ਦਾ ਜਨਮ ਨਹੀਂ ਹੋਇਆ ਸੀਗਾ, ਮਹਾਤਮਾ ਬੁੱਧ ਹੈ, ਬਟ ਉਸ ਤੋਂ ਪਹਿਲਾਂ ਦੀਆਂ ਸਮੇਂ ਦੀਆਂ ਕੁਝ ਘਟਨਾਵਾਂ ਨੇ, ਕਥਾਵਾਂ ਨੇਗੀਆਂ, ਉਹਨਾਂ ਦਾ ਵਰਣਨ ਕਿਸ ਪੁਸਤਕ ਦੇ ਵਿੱਚ ਜਾਂ ਕਿਸ ਗ੍ਰੰਥ ਦੇ ਵਿੱਚ ਕੀਤਾ ਗਿਆ ਹੈ। ਉਸ ਪੁਸਤਕ ਦਾ ਨਾਮ ਹੈ ਜਾਤਕ ਪੁਸਤਕ ਹੈ, ਜਿਹਦੇ ਵਿੱਚ ਬੁੱਧ ਦੀਆਂ ਜਨਮ ਤੋਂ ਪਹਿਲਾਂ ਦੀਆਂ ਕਥਾਵਾਂ ਦਾ ਵਰਣਨ ਮਿਲਦਾ ਹੈ। ਵੈਰੀ ਵੈਰੀ ਇੰਪੋਰਟੈਂਟ ਹੈ ਜੀ ਵੀ। ਨੈਕਸਟ ਹੈ ਜੈਨੀ ਧਾਰਮਿਕ ਗ੍ਰੰਥਾਂ ਦੇ ਨਾਮ। ਸੋ ਜੈਨ ਧਰਮ ਦੇ ਜਿਹੜੇ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਵਿੱਚ ਦੋ ਪ੍ਰਮੁੱਖ ਨੇ, ਇੱਕ 12 ਅੰਗ, ਦੂਸਰਾ ਕਲਪਸੂਤਰ। ਇਹ ਦੋ ਪ੍ਰਮੁੱਖ ਗ੍ਰੰਥ ਨੇ ਜਿਹੜੇ ਜੈਨੀ ਧਰਮ ਦੇ ਪ੍ਰਮੁੱਖ ਗ੍ਰੰਥਾਂ ਦੇ ਵਿੱਚ ਆਉਂਦੇ ਨੇ। ਸੋ ਇਹਦਾ ਅਗਲਾ ਹੈ ਜੀ ਕੁਐਸਚਨ, ਕਲਪਸੂਤਰ ਦਾ ਲੇਖਕ ਕੌਣ ਹੈ। ਇਹ ਕੁਐਸਚਨ ਵੀ ਕਾਫੀ ਵਾਰ ਰਿਪੀਟ ਹੋਇਆ ਹੈ ਕਿ ਕਲਪਸੂਤਰ ਦਾ ਜਿਹੜਾ ਲੇਖਕ ਹੈ ਉਹ ਕੌਣ ਹੈ। ਤਾਂ ਭੱਦਰਬਾਹੂ ਜਿਹੜਾ ਹੈ ਉਹ ਕਲਪਸੂਤਰ ਦਾ ਲੇਖਕ ਹੈ। ਭੱਦਰਬਾਹੂ ਜਿਹੜਾ ਹੈ ਉਹ ਕਲਪਸੂਤਰ ਦਾ ਲੇਖਕ ਹੈ। ਨੈਕਸਟ ਹੈ ਜੀ ਜੈਨੀਆਂ ਦੇ ਧਾਰਮਿਕ ਗ੍ਰੰਥ ਕਿਸ ਭਾਸ਼ਾ ਦੇ ਵਿੱਚ ਲਿਖੇ ਗਏ ਨੇ। ਦੋਨਾਂ ਦੀ ਭਾਸ਼ਾ ਤੁਹਾਨੂੰ ਨੋਟ ਕਰਵਾ ਦਿੱਤੀ ਹੈ, ਤੇ ਇਹਦੇ ਵਿੱਚੋਂ ਪੱਕਾ ਤੁਹਾਨੂੰ ਜਿਹੜੀ ਹੈ ਸੰਭਾਵਨਾ ਰਹੇਗੀ। ਠੀਕ ਹੈ, ਬੋਧੀਆਂ ਦੇ ਜਿਹੜੇ ਗ੍ਰੰਥ ਨੇਗੇ ਉਹ ਪਾਲੀ ਭਾਸ਼ਾ ਦੇ ਵਿੱਚ ਲਿਖੇ ਗਏ ਹੈਗੇ ਨੇਗੇ, ਜਿੰਨੇ ਵੀ ਬੋਧੀ ਗ੍ਰੰਥ ਨੇ ਮੋਸਟਲੀ। ਠੀਕ ਹੈ, ਅਤੇ ਜਿਹੜੇ ਜੈਨੀ ਨੇ ਇਹਨਾਂ ਦੇ ਲਈ ਜਿਹੜੀ ਭਾਸ਼ਾ ਦਾ ਇਸਤੇਮਾਲ ਕੀਤਾ ਗਿਆ ਹੈ ਉਹ ਪ੍ਰਕ੍ਰਿਤ ਭਾਸ਼ਾ ਹੈਗੀ ਆ, ਜਿੰਨੇ ਵੀ ਇਹਨਾਂ ਦੇ ਧਾਰਮਿਕ ਗ੍ਰੰਥ ਲਿਖੇ ਹੈਗੇ ਨੇ। ਨੈਕਸਟ ਕੁਐਸਚਨ ਹੈ ਅਰਥ ਸ਼ਾਸਤਰ ਕਿਸ ਦੀ ਰਚਨਾ ਹੈ। ਮੋਸਟ ਇੰਪੋਰਟੈਂਟ ਕੁਐਸਚਨ ਅਤੇ ਸਭ ਤੋਂ ਸੌਖਾ ਵੀ ਹੈ। ਓਕੇ, ਅਰਥ ਸ਼ਾਸਤਰ ਜਿਹੜੀ ਪੁਸਤਕ ਹੈ ਲਿਖੀ ਹੈ ਜੀ ਚਾਣਕਿਆ ਨੇ। ਚਾਣਕਿਆ ਨੂੰ ਕੌਟਾਲਿਆ ਵੀ ਕਿਹਾ ਜਾਂਦਾ ਹੈ, ਚਾਣਕਿਆ ਨੂੰ ਕੌਟਾਲਿਆ ਵੀ ਕਿਹਾ ਜਾਂਦਾ ਹੈਗਾ ਗਾ।
ਕੌਟਲਿਆ, ਠੀਕ ਹੈ, ਜਿਹੜਾ ਕਿ ਚੰਦਰਗੁਪਤ ਮੌਰੀਆ ਦਾ ਪ੍ਰਧਾਨ ਮੰਤਰੀ ਸੀਗਾ, ਜਿਹੜਾ ਕਿ ਚੰਦਰਗੁਪਤ ਮੌਰੀਆ ਦਾ ਪ੍ਰਧਾਨ ਮੰਤਰੀ ਸੀਗਾ। ਚੰਦਰਗੁਪਤ ਮੌਰੀਆ ਅਤੇ ਕੌਟਿਆਲਿਆ ਦੋਨਾਂ ਨੇ ਮਿਲ ਕੇ ਜਿਹੜਾ ਹੈ ਗੁਪਤ ਸਮਰਾਜ ਦੀ ਨੀਂਹ ਰੱਖੀ ਸੀਗੀ, ਦੋਨਾਂ ਦੀ ਸੋਚ ਦੇ ਨਾਲ। ਨੈਕਸਟ ਹੈ ਮੁੰਦਰਾ ਰਾਕਸ਼ ਕਿਸ ਦੀ ਰਚਨਾ ਹੈ? ਮੁੰਦਰਾ ਰਾਕਸ਼ਸ ਜਿਹੜੀ ਹੈ ਉਹ ਕਿਸ ਦੀ ਰਚਨਾ ਹੈ? ਤਾਂ ਇਹ ਵਿਸਾਖਾ ਦੱਤ ਦੀ ਹੈਗੀ। ਵਿਸਾਖਾ ਦੱਤ ਦੀ ਮੁੰਦਰਾ ਰਾਕਸ਼ਸ ਰਚਨਾ ਜਿਹੜੀ ਹੈ ਇਹ ਵਿਸਾਖਾ ਦੱਤ ਦੀ ਹੈਗੀ। ਨੈਕਸਟ ਹੈ ਜੀ ਹਰਸ਼ ਚਰਿੱਤਰ ਰਚਨਾ ਕਿਸ ਦੀ ਹੈਗੀ ਆ? ਹਰਸ਼ ਰਚਿਤ ਜਿਹੜੀ ਰਚਿਤ ਦਾ ਲੇਖਕ ਕੌਣ ਹੈ? ਤਾਂ ਇਹਦਾ ਲੇਖਕ ਹੈ ਜੀ ਬਾਣ ਭੱਟ ਦੇ ਦੁਆਰਾ ਲਿਖੀ ਗਈ ਹੈ ਜੀ ਹਰਸ਼ ਰਚਿਤ ਰਚਨਾ, ਜੋ ਕਿ ਹਰਸ਼ ਵਰਧਨ ਦੇ ਬਾਰੇ ਜਾਣਕਾਰੀ ਦਿੰਦੀ ਹੈਗੀ ਆ। ਨੈਕਸਟ ਹੈ ਜੀ ਬਾਣ ਭੱਟ ਕੌਣ ਸੀਗਾ? ਤਾਂ ਸੁਭਾਵਿਕ ਜੀ ਗੱਲ ਹੈ, ਉਹਨੇ ਹਰਸ਼ ਚਰਿੱਤਰ ਲਿਖੀ ਹੈਗੀ ਆ, ਹਰਸ਼ ਰਚਿਤ ਲਿਖੀ ਹੈਗੀ ਆ, ਜਿਹਦੇ ਵਿੱਚ ਉਹਨੇ ਹਰਸ਼ ਵਰਧਨ ਦਾ ਵਰਣਨ ਕੀਤਾ ਹੈ। ਅਤੇ ਇਸ ਦਾ ਮਤਲਬ ਹੈ ਕਿ ਉਹ ਹਰਸ਼ਵਰਧਨ ਦੇ ਦਰਬਾਰ ਦੇ ਵਿੱਚ ਰਹਿੰਦਾ ਹੋਊਗਾ, ਅਤੇ ਇਸ ਕਾਰਨ ਕਰਕੇ ਉਹ ਹਰਸ਼ਵਰਧਨ ਦਾ ਦਰਬਾਰੀ ਕਵੀ ਸੀਗਾ, ਕਿਉਂਕਿ ਉਹੀ ਉਸ ਦੇ ਬਾਰੇ ਇੰਨਾ ਜਾਣ ਸਕਦਾ ਹੈ ਅਤੇ ਲਿਖ ਸਕਦਾ ਹੈ। ਇਸ ਕਰਕੇ ਯਾਦ ਰੱਖਣਾ ਕਿ ਬਾਣ ਭੱਟ ਦਾ ਜਿਹੜਾ ਲੇਖਕ ਹੈ, ਬਾਣ ਭੱਟ ਜਿਹੜਾ ਲੇਖਕ ਸੀਗਾ ਜਿਸਨੇ ਹਰਸ਼ ਰਚਿਤ ਲਿਖੀ ਸੀ, ਇਹ ਹਰਸ਼ਵਰਧਨ ਦਾ ਦਰਬਾਰੀ ਕਵੀ ਸੀਗਾ। ਠੀਕ ਹੈ ਜੀ। ਸੋ ਇਹ ਸੀ ਅੱਜ ਦੇ ਸਾਡੇ MCQs। ਉਮੀਦ ਕਰਦਾ ਕਿ ਸਾਰਿਆਂ ਦੇ ਲਈ ਹੈਲਪਫੁਲ ਰਹਿਣਗੇ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਆ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ।